ਕਰਿਆ ਜਾ ਰਿਹਾ ਉਹ ਪੁੱਛਦੇ ਆ ਕਿ 100 ਦਿਨ ਪੂਰੇ ਹੋਣ ਵਾਲੇ ਆ ਅੰਦੋਲਨ ਚੱਲਦੇ ਨੂੰ। ਹੁਣ ਤੱਕ ਆਪਣੀਆਂ ਕੀ ਇਸ ਅੰਦੋਲਨ ਦੇ ਵਿੱਚੋਂ ਕੀ ਪ੍ਰਾਪਤੀਆਂ ਹੋਈਆਂ ਨੇ, ਅੱਗੇ ਦੀ ਸਾਡੀ ਕੀ ਰਣਨੀਤੀ ਹੈ, ਅੰਦੋਲਨ ਕਿੰਨਾ ਲੰਮਾ ਸਮਾਂ ਅੱਗੇ ਚੱਲੇਗਾ? ਜਿਹੜਾ ਇਹ ਸਵਾਲ ਸਭ ਤੋਂ ਵੱਧ ਲੋਕਾਂ ਦੁਆਰਾ ਕਮੈਂਟਾਂ ਦੇ ਵਿੱਚ ਪੁੱਛਿਆ ਜਾਂਦਾ ਜਾਂ ਲੋਕਾਂ ਦੇ ਅੰਦਰ ਇੱਥੇ ਵੀ ਲੋਕ ਨੇ ਜਿਹੜੇ ਉਹਨਾਂ ਦਾ ਸਵਾਲ ਹੈ, ਜਿਹੜੀ ਹੁਣ ਨਵੀਂ ਰਣਨੀਤੀ ਆ ਉਹ ਕੀ ਹੋਏਗੀ, ਉਹਦੇ ਬਾਰੇ ਤੋਂ ਜ਼ਰੂਰ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜੀ। ਦੇਖੋ 6 ਤਰੀਕ ਨੂੰ 100 ਦਿਨ ਹੋ ਜਾਣਾ ਹੈ ਇਸ ਮੋਰਚੇ ਨੂੰ। ਪੰਜਾਬ ਦੇ ਵਿੱਚ ਵੀ ਅੰਦੋਲਨ ਚੱਲਿਆ 3 ਮਹੀਨੇ ਤੇ 3 ਮਹੀਨੇ ਤੋਂ ਇੱਥੇ ਹੋ ਜਾਣਾ ਹੈ। ਇਹ ਅੰਦੋਲਨ ਹੈ ਜਿਹੜਾ ਇਹ ਵੱਧਦਾ ਹੀ ਗਿਆ, ਇਹਦੇ ਵਿੱਚ ਕੋਈ ਘਾਟ ਨਹੀਂ ਆਈ। ਔਰ ਜਿਹੜੀ ਸਭ ਨਾਲੋਂ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਕਿ ਸਾਡੇ ਆਗੂਆਂ ਨੇ ਜਿਹੜੇ ਸਾਡੇ ਮੁੱਦੇ ਸੀ, 3 ਕਾਲੇ ਕਾਨੂੰਨ ਵਾਪਸ ਕਰਾਉਣ ਦੀ ਗੱਲ ਜਿਹੜੀ ਸੀ, ਤੇ ਨਾਲ ਬਿਜਲੀ ਸੰਸ਼ੋਧਨ ਬਿੱਲ ਜਾਂ ਦੂਸਰਾ ਜਿਹੜਾ ਪਰਾਲੀ ਵਾਲਾ ਸੀ ਪੋਲਿਊਸ਼ਨ ਵਾਲਾ, ਉਹਨਾਂ 'ਤੇ ਸਖਤ ਸਟੈਂਡ ਲਿਆ ਔਰ ਸਰਕਾਰ ਨੂੰ ਝੁਕਾਇਆ, ਸਰਕਾਰ ਨੂੰ ਨਿਰਉੱਤਰ ਕੀਤਾ। ਪੁਆਇੰਟ ਟੂ ਪੁਆਇੰਟ ਜਿਹੜੀ ਗੱਲਬਾਤ ਹੈ ਸਾਡੇ ਆਗੂਆਂ ਨੇ ਉੱਥੇ ਕੀਤੀ। ਔਰ ਸਰਕਾਰ ਕੋਲੇ ਭੱਜਣ ਨੂੰ ਕੋਈ ਥਾਂ ਨਹੀਂ, ਕਿਉਂਕਿ ਜਿਹੜਾ ਖੇਤੀਬਾੜੀ ਮੰਤਰੀ ਹੈ ਉਹਨੂੰ ਮੰਨਣਾ ਪਿਆ ਵੀ ਇਹ ਜਿਹੜੇ ਕਾਲੇ ਕਾਨੂੰਨ, ਇਹ ਜਿਹੜੇ ਕਾਨੂੰਨ ਬਣੇ ਹੈ ਸਾਥੋਂ, ਇਹਦੇ 'ਚ ਸਾਥੋਂ ਚੂਕ ਹੋਈ ਹੈ, ਗਲਤੀ ਹੋਈ ਹੈ ਸਾਥੋਂ। ਦੁਬਾਰਾ ਉਹਨਾਂ ਨੇ ਇਹ ਵੀ ਗੱਲ ਮੰਨੀ ਵੀ ਇਹ ਅਸੀਂ ਟਰੇਡ ਤੇ ਕਮਰਸ ਦੇ ਲਈ ਕਾਨੂੰਨ ਹੈ ਜਿਹੜੇ ਅਸੀਂ ਬਣਾਏ ਨੇ, ਇਹ ਕਿਸਾਨਾਂ ਲਈ ਨਹੀਂ। ਫਿਰ ਉੱਥੇ ਗੱਲ ਇਹ ਆਈ ਵੀ ਸਾਡੇ ਆਗੂਆਂ ਨੇ ਕਿਹਾ ਵੀ ਜੇ ਟਰੇਡ ਤੇ ਕਮਰਸ ਲਈ ਬਣਾਏ ਆ ਇਹ ਕਾਨੂੰਨ, ਫਿਰ ਕਿਸਾਨਾਂ 'ਤੇ ਕਿਉਂ ਥੋਪੇ ਜਾ ਰਹੇ ਆ, ਕਿਸਾਨਾਂ 'ਤੇ ਕਿਉਂ ਮੜੇ ਜਾ ਰਹੇ ਆ। ਜਦੋਂ ਉੱਥੇ ਗੱਲ ਰਿਪੀਲ ਦੀ ਆਈ ਤਾਂ ਉੱਥੇ ਗੱਲ ਸੰਸ਼ੋਧਨ ਦੀ ਕਰਦੇ ਰਹੀ ਹੈ ਸਰਕਾਰ। ਸੋ ਉਹਦੇ ਵਿੱਚ ਸਰਕਾਰ ਭੱਜੀ ਹੈ, ਸਰਕਾਰ ਨੂੰ ਭਜਾਇਆ ਸਾਡੇ ਆਗੂਆਂ ਨੂੰ। ਪੁਆਇੰਟ ਟੂ ਪੁਆਇੰਟ ਵਾਈਜ਼ ਜਿਹੜੀ ਡਿਸਕਸ਼ਨ ਹੈ ਉਹ ਕੀਤੀ ਹੈ। ਪਰ ਮੈਂ ਸਮਝਦਾ ਹੀ ਅਫਸੋਸ ਸਾਨੂੰ ਇਸ ਗੱਲ ਦਾ ਹੈ ਬਈ ਜਿਹੜਾ ਜਦੋਂ ਵੀ ਕੋਈ ਪਾਰਲੀਮੈਂਟ ਦੀ ਕਾਰਵਾਈ ਚੱਲਦੀ ਹੈ ਜਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ, ਉਹ ਸਰਕਾਰ ਨੂੰ ਨਸ਼ਰ ਕਰਨੀ ਚਾਹੀਦੀ ਹੈ, ਸਰਕਾਰ ਨੂੰ ਪਬਲਿਕ ਕਰਨੀ ਚਾਹੀਦੀ ਹੈ। ਉੱਥੇ ਬਾਕਾਇਦਾ ਰਿਕਾਰਡਿੰਗ ਹੋਏਗੀ। ਜੇ ਸਰਕਾਰ ਅੱਜ ਸਾਡੇ 'ਤੇ ਦੋਸ਼ ਲਾ ਰਹੀ ਹੈ ਵੀ ਕਿਸਾਨ ਆਗੂ ਨੇ ਉਹ ਜਿੱਦ 'ਤੇ ਅੜੇ ਨੇ, ਉਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ, ਮੈਂ ਕਹਿੰਦਾ ਵੀ ਸਰਕਾਰ ਜਿੱਦ 'ਤੇ ਅੜੀ ਹੋਈ ਹੈ, ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ, ਤਾਂ ਅੱਜ ਉਹ ਗੱਲ ਸਾਹਮਣੇ ਲਿਆਉਣੀ ਚਾਹੀਦੀ ਹੈ ਸਰਕਾਰ ਨੂੰ। ਜਿਹੜੀਆਂ ਗੱਲਾਂ ਬਾਤਾਂ ਸਾਡੀਆਂ ਉਹਨਾਂ ਮੀਟਿੰਗਾਂ 'ਚ ਹੋਈਆਂ ਨੇ ਸਾਡੇ ਆਗੂਆਂ ਦੀਆਂ, ਉਹ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਨੰਗੀਆਂ ਕਰਨੀਆਂ ਚਾਹੀਦੀਆਂ ਨੇ। ਉਹ ਬਾਕਾਇਦਾ ਵੀਡੀਓ ਰਿਕਾਰਡਿੰਗ ਉਹਨਾਂ ਕੋਲੇ ਹੋਏਗੀ। ਉਹ ਸਰਕਾਰ ਇਸ ਗੱਲ ਤੋਂ ਭੱਜਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਡਾ 100 ਦਿਨ ਦੇ ਵਿੱਚ ਪ੍ਰਾਪਤੀ ਹੈ, ਇੱਕ ਤਾਂ ਅਸੀਂ ਸਰਕਾਰ ਨੂੰ ਭਜਾਇਆ, ਦੂਜਾ ਸਾਡਾ ਜਿਹੜਾ ਮੋਰਚਾ ਉਹ ਤਕੜਾ ਹੋਇਆ। ਠੀਕ ਹੈ, ਸਰਕਾਰ ਦਾ ਇੱਕ ਛੜਯੰਤਰ ਸੀ 26 ਜਨਵਰੀ ਨੂੰ ਵੀ ਇਸ ਅੰਦੋਲਨ ਨੂੰ ਖੇਰੂ ਕਰ ਦਈਏ। ਉਹਨਾਂ ਨੇ ਰਾਜਨੀਤਿਕ ਫੰਡਾ ਵਰਤਿਆ, ਉਹਨਾਂ ਨੇ ਇੱਥੇ ਧਾਰਮਿਕ ਖੇਡ ਖੇਡਣ ਦੀ ਕੋਸ਼ਿਸ਼ ਕੀਤੀ, ਆਪਣਾ ਹਿੰਦੂਤਵ ਦਾ ਏਜੰਡਾ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਨਾਕਾਮ ਕੀਤਾ। ਇਹਨਾਂ ਨੇ ਮੁੱਦਾ ਬਣਾਇਆ ਲਾਲ ਕਿਲ੍ਹੇ ਦਾ। ਇਹ ਸਾਰੀ ਸਰਕਾਰ ਦੀ ਸੋਚੀ ਸਮਝੀ ਚਾਲ ਸੀ। ਸਾਡੇ ਕਿਸਾਨ ਆਗੂਆਂ ਵੱਲੋਂ ਜਿਹੜੀ ਸ਼ਾਂਤਮਈ ਪਰੇਡ ਉਹ ਕੀਤੀ ਜਾਣੀ ਸੀ। ਸਾਰੇ ਅੰਦੋਲਨ ਨੂੰ ਇਹਨਾਂ ਨੇ ਢਾਹ ਲਾਉਣ ਵਾਸਤੇ ਸਾਰਾ ਜਿਹੜਾ ਛੜਯੰਤਰ ਹੈ ਸਰਕਾਰ ਦਾ ਹੀ ਛੜਯੰਤਰ ਸੀ। ਸੋ ਅਸੀਂ ਉਸ ਗੱਲ ਦੇ ਵਿੱਚ ਸਫਲ ਹੋਏ ਹਾਂ, ਆਪਣੇ ਆਪ ਨੂੰ ਸਟੇਬਲ ਕਰਨ ਦੇ ਵਿੱਚ। ਸਾਡੇ ਨਾਲ ਹਰਿਆਣਾ ਦਾ ਭਾਈਚਾਰਾ ਜੁੜਿਆ, ਜਿਹੜਾ ਸਰਕਾਰ ਇਹ ਗੱਲ ਕਹਿੰਦੀ ਸੀ ਵੀ ਦੇਖੋ ਇਹ ਤਾਂ ਪੰਜਾਬ ਦੇ ਕਿਸਾਨ ਨੇ, ਇਹ ਤਾਂ ਮੁੱਠੀ ਭਰ ਕਿਸਾਨ ਨੇ, ਪਹਿਲਾਂ ਇਹ ਗੱਲ ਕਹਿੰਦੇ ਰਹੇ। ਫਿਰ ਇਹਨਾਂ ਨੇ ਹੋਰ ਇੱਦਾਂ ਦਾ ਪ੍ਰਚਾਰ ਕੀਤਾ, ਬਹੁਤ ਇੱਦਾਂ ਦੀ ਗੱਲ ਕੀਤੀ, ਤਾਂ ਅਸੀਂ ਇਸ ਗੱਲ ਦੇ ਵਿੱਚ ਸਫਲ ਹੋਏ ਹਾਂ ਬਈ ਸਾਡੇ ਨਾਲ ਹਿੰਦੂ ਭਾਈਚਾਰਾ ਸਾਡੇ ਨਾਲ ਜੁੜਿਆ, ਸਾਡੇ ਨਾਲ ਦੂਸਰੇ ਵਰਗ ਸਾਰੇ ਜੁੜੇ ਨੇ, ਸਾਡੇ ਨਾਲ ਪੰਜਾਬ ਦੇ ਨਾਲ ਹਰਿਆਣਾ ਜੁੜਿਆ, ਹਰਿਆਣੇ ਦੇ ਨਾਲ ਸਾਡੇ ਨਾਲ ਪੱਛਮੀ ਯੂਪੀ ਜੁੜੀ ਹੈ, ਇਸੇ ਤਰ੍ਹਾਂ ਸਾਡੇ ਨਾਲ ਰਾਜਸਥਾਨ ਜੁੜਿਆ, ਮਹਾਰਾਸ਼ਟਰ ਤੋਂ ਲੋਕ ਆ ਕੇ ਜੁੜੇ ਨੇ, ਸਾਡੇ ਦੂਜੀਆਂ ਸਟੇਟਾਂ ਦੇ ਮੱਧ ਪ੍ਰਦੇਸ਼ ਦੇ ਲੋਕ ਜੁੜੇ ਨੇ। ਮੈਂ ਸਮਝਦਾ ਵੀ ਇਹ ਜਿਹੜਾ ਅੰਦੋਲਨ ਹੈ ਅਸੀਂ ਇਹਦੇ ਵਿੱਚ ਕਾਮਯਾਬ ਹੋਏ ਹਾਂ ਵੀ ਇਹਦੇ ਵਿੱਚ ਅਸੀਂ ਸਾਰੇ ਧਰਮਾਂ ਦੀ ਸ਼ਮੂਲੀਅਤ ਕਰਨ ਵਿੱਚ ਸਫਲ ਹੋਏ ਹਾਂ। ਅੱਜ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਸਿੱਖਾਂ ਦਾ ਅੰਦੋਲਨ ਹੈ, ਇਹ ਪਰੰਤੂ ਇਹਨੂੰ ਸਿੱਖੀ ਦੀ ਰੰਗਤ ਦੇ ਕੇ ਸਾਡੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਸਰਕਾਰ ਨੇ ਪੂਰੀ ਕੀਤੀ ਹੈ। ਪਰ ਇਹ ਹੈ ਵੀ ਅਸੀਂ ਇਸ ਗੱਲ ਦੇ ਵਿੱਚ ਸਫਲ ਹੋਏ ਹਾਂ ਬਈ ਜਿਹੜਾ ਕਿਸਾਨ ਹੈ ਉਹ ਭਾਵੇਂ ਮੁਸਲਮਾਨ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਕੋਈ ਹੋਰ ਜਾਤੀ ਦਾ, ਸਾਰੇ ਹੀ ਜਿਹੜੇ ਖੇਤੀ ਕਰਨ ਵਾਲੇ ਜਾਂ ਖੇਤੀ 'ਤੇ ਨਿਰਭਰ ਨੇ, ਉਹ ਲੋਕ ਇਸ ਸੰਘਰਸ਼ ਦੇ ਵਿੱਚ ਜੁੜੇ ਨੇ। ਇਹਦੇ ਨਾਲ ਹੀ ਜਿਹੜਾ ਲੋਕਾਂ ਨੇ ਮਹਿਸੂਸ ਕੀਤਾ, ਅਸੀਂ ਇਸ ਗੱਲ ਦੇ ਵਿੱਚ ਵੀ ਸਫਲ ਹੋਏ ਹਾਂ, ਜਿਹੜੇ ਸਾਰੇ ਲੋਕਾਂ ਨੇ, ਸਾਰੇ ਵਰਗਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਲੜਾਈ ਹੈ ਜਿਹੜੀ ਇਕੱਲੇ ਕਿਸਾਨਾਂ ਦੀ ਨਹੀਂ ਹੈ, ਇਹ ਕਿਸਾਨਾਂ ਦੇ ਨਾਲ ਦੂਸਰੇ ਤਬਕਿਆਂ ਦੀ ਵੀ ਹੈ। ਕਿਉਂਕਿ ਇਹਦੇ 'ਚ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਇਹਨਾਂ ਨੇ ਜਿਹੜਾ ਉਹਦੇ 'ਚ ਸਟਾਕ ਦੀ ਲਿਮਟ ਹੈ ਜਿਹੜੀ ਉਹ ਇਹਨਾਂ ਨੇ ਅਨਲਿਮਿਟਿਡ ਕਰ ਦਿੱਤੀ ਹੈ। ਸੋ ਜੇ ਇੱਥੇ ਜਿਹੜੀ ਖਰੀਦ ਹੋਣੀ ਹੈ, ਜੇ ਮੰਨ ਲਓ ਪ੍ਰਾਈਵੇਟ ਅਦਾਰੇ ਇੱਥੇ ਆ ਜਾਂਦੇ ਨੇ, ਅਡਾਨੀ ਅੰਬਾਨੀ ਨੂੰ ਇਹ ਜਿਸ ਤਰ੍ਹਾਂ ਸੰਭਾਉਣ ਜਾ ਰਹੇ ਨੇ, ਜੇ ਉਹ ਆ ਜਾਂਦੇ ਨੇ ਇੱਥੇ ਖਰੀਦ ਕੇ ਉਹ ਸਾਰਾ ਸਟਾਕ ਰੱਖ ਲੈਣਗੇ, ਫਿਰ ਉਹ ਮਨਮਰਜ਼ੀ ਨਾਲ ਆਪਣੇ ਗਜੀ ਮਿਲਣਗੇ। ਇਸ ਕਰਕੇ ਇਹ ਸਾਰੇ ਲੋਕਾਂ ਨੂੰ ਸਮਝ ਪੈ ਗਈ ਵੀ ਜਿਹੜੀ ਲੁੱਟ ਕਿਸਾਨ ਦੀ ਹੋਣੀ ਹੈ, ਉਹ ਤੋਂ ਬਾਅਦ ਸਾਡੇ ਦੂਸਰੇ ਵਰਗਾਂ ਦੀ ਵੀ ਸਾਡੀ ਉਨੀਓ ਲੁੱਟ ਹੋਣੀ ਆ, ਉਹ ਤੋਂ ਜ਼ਿਆਦਾ ਹੋਣੀ ਹੈ। ਇਸ ਕਰਕੇ ਅਸੀਂ ਉਸ ਗੱਲ ਦੇ ਵਿੱਚ ਵੀ ਸਫਲ ਹੋਏ ਹਾਂ ਵੀ ਉਹ ਭਾਈਚਾਰਾ ਵੀ ਸਾਡੇ ਨਾਲ ਜੁੜਿਆ ਜੀ।
ਸੋ ਅਸੀਂ ਪ੍ਰਾਪਤੀ ਇਹ ਵੀ ਕੀਤੀ ਹੈ, ਜਿਹੜੀ ਮਤਲਬ ਰਾਜਨੀਤਿਕ ਧਿਰਾਂ ਨੇ ਜਿਹੜੀਆਂ ਹੁਣ ਤੱਕ ਸਾਨੂੰ ਵਰਗਲਾ ਕੇ ਸਾਨੂੰ ਮਤਲਬ ਸ਼ੋਸ਼ਿਆਂ ਦੇ ਵਿੱਚ ਆਪਣੇ ਫਸਾ ਕੇ ਸਾਥੋਂ ਵੋਟਾਂ ਬਟੋਰਨ ਵਾਲੀ ਨੀਤੀ ਉਹ ਚਲਾਉਂਦੇ ਸੀ, ਅੱਜ ਉਹਨਾਂ ਲੋਕਾਂ ਨੂੰ ਵੀ ਇਹ ਸਮਝ ਪੈ ਗਈ, ਇਹ ਕਿਸਾਨ ਜਾਗ ਪਏ ਨੇ। ਇਹ ਅੰਦੋਲਨ ਹੈ ਜਿਹੜਾ ਦੇਸ਼ ਵਿਆਪੀ ਨਹੀਂ, ਹੁਣ ਦੁਨੀਆ ਵਿਆਪੀ ਇਹ ਅੰਦੋਲਨ ਬਣ ਗਿਆ। ਇਹਦੇ ਵਿੱਚ ਅਸੀਂ ਇਸ ਗੱਲ ਦੇ ਵਿੱਚ ਵੀ ਸਫਲ ਹੋਏ ਹਾਂ ਵੀ ਅਸੀਂ ਉਹਨਾਂ ਨੂੰ ਪਰਾਂ ਰੱਖਣ ਦੇ ਵਿੱਚ ਵੀ ਸਫਲ ਹੋਏ ਹਾਂ। ਸਾਡੀ ਸਟੇਜ 'ਤੇ ਅੱਜ ਤੱਕ ਕੋਈ ਵੀ ਸਿਆਸੀ ਆਗੂ ਅਸੀਂ ਬੋਲਣ ਨਹੀਂ ਦਿੱਤਾ। ਅਸੀਂ ਇਹ ਫੈਸਲਾ ਕੀਤਾ ਹੋਇਆ ਸੰਯੁਕਤ ਮੋਰਚੇ ਵੱਲੋਂ ਵੀ ਉਹ ਆ ਕੇ ਆਪਣਾ ਪੰਡਾਲ ਦੇ ਵਿੱਚ ਬੈਠ ਸਕਦੇ ਨੇ, ਉਹ ਆਪਣੀ ਗੱਲ ਜਿਹੜੀ ਹੈ ਉੱਥੇ ਆ ਕੇ ਉਹ ਸੁਣ ਸਕਦੇ ਨੇ, ਪਰ ਇਹ ਹੈ ਵੀ ਉਹ ਉੱਥੇ ਸਟੇਜ 'ਤੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ। ਇਸ ਕਰਕੇ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਵੀ ਜਿਹੜੇ ਲੋਕਾਂ ਦੇ ਲਈ ਅਸੀਂ ਹਾਰ ਫੜ ਕੇ ਖੜ੍ਹਦੇ ਸੀ, ਅੱਜ ਉਹ ਲੋਕਾਂ ਨੂੰ ਚਿੰਤਾ ਹੋਈ ਹੈ ਵੀ ਸਾਡੀ ਜਿਹੜੀ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੀਆਂ ਵੋਟਾਂ ਨੇ ਜਿਹੜੀਆਂ ਕੀ ਉਹ ਸਾਨੂੰ ਮਿਲਣਗੀਆਂ, ਕੀ ਉਹ ਸਾਡੀ ਖਿਸਕ ਗਈ ਹੈ ਜ਼ਮੀਨ। ਸੋ ਅੱਜ ਚਿੰਤਾ ਉਹਨਾਂ ਲੋਕਾਂ ਨੂੰ ਵੀ ਪਈ ਹੋਈ ਹੈ। ਇਸੇ ਤਰ੍ਹਾਂ ਜਿਹੜੀ ਭਾਜਪਾ ਹੈ, ਭਾਜਪਾ ਨੂੰ ਦੇਖੋ ਪੂਰਾ ਸਰਕਾਰ ਆਪਾਂ ਜੇ ਇਹ ਕਹਿ ਲਈਏ ਇਸ ਅੰਦੋਲਨ ਨੇ ਪੂਰੀ ਸੱਟ ਮਾਰੀ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਦਾ ਵਿਰੋਧਤਾ ਹੋਈ, ਪੰਜਾਬ ਦੇ ਵਿੱਚ ਇਹਨਾਂ ਨੂੰ ਕਿਤੇ ਵੀ ਕੋਈ ਰੈਲੀ ਜਾਂ ਮੁਜ਼ਾਹਰਾ ਨਹੀਂ ਕਰਨ ਦਿੱਤਾ, ਇਹਨਾਂ ਦੇ ਘਰਾਂ ਦਾ ਘਿਰਾਓ ਕੀਤਾ। ਇਸੇ ਤਰ੍ਹਾਂ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਹੋਇਆ। ਹਰਿਆਣੇ ਦੇ ਵਿੱਚ ਤਾਂ ਇੱਥੋਂ ਤੱਕ ਵੀ ਹੋਇਆ ਵੀ ਜੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਸੀ ਤਾਂ ਉਹ ਹੈਲੀਪੈਡ ਘੇਰ ਕੇ ਕਿਸਾਨ ਉੱਥੇ ਬੈਠ ਗਏ, ਉਹਦਾ ਹੈਲੀਕਾਪਟਰ ਵੀ ਨਹੀਂ ਉਤਰਨ ਦਿੱਤਾ। ਇੱਥੋਂ ਤੱਕ ਵੀ ਹੈ ਵੀ ਹਰਿਆਣੇ ਦੇ ਜਿੰਨੇ MP ਨੇ, ਜਿੰਨੇ MLA ਨੇ, ਉਹਨਾਂ ਨੂੰ ਆਪਣੀ ਹਰਿਆਣਾ ਛੱਡ ਕੇ ਚੰਡੀਗੜ੍ਹ ਦੇ ਵਿੱਚ ਡੇਰੇ ਲਾਉਣੇ ਪੈ ਗਏ। ਇਸੇ ਦੀ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਜੇ ਕਿਸਾਨਾਂ ਨੇ ਖਾਪ ਪੰਚਾਇਤਾਂ ਸ਼ੁਰੂ ਕੀਤੀਆਂ ਜਾਂ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਤਾਂ ਇਹਨਾਂ ਨੇ ਵੀ ਖਾਪ ਪੰਚਾਇਤਾਂ ਦੇ ਬਹਾਨੇ ਉੱਥੇ ਆਪਣਾ ਜਾ ਕੇ ਮੀਟਿੰਗਾਂ ਕਰਨ ਦੀ ਕੋਸ਼ਿਸ਼ ਕੀਤੀ ਭਾਜਪਾ ਵਾਲਿਆਂ ਨੇ, ਪਰ ਉੱਥੇ ਸੰਜੀਵ ਬਲਿਆਣ ਹੈ ਜਿਹੜਾ MP ਹੈ ਉਹ ਉੱਥੇ ਗਿਆ, ਉਹਨੂੰ ਮੂੰਹ ਦੀ ਖਾਣੀ ਪਈ ਹੈ। ਉੱਥੇ ਉਹਨਾਂ ਨੇ ਜਾਟਾਂ ਨੇ ਭਰਾਵਾਂ ਨੇ ਇਕੱਠੇ ਹੋ ਕੇ ਉਹਦਾ ਵਿਰੋਧ ਕੀਤਾ। ਉਹਨੂੰ ਇਹੀ ਗੱਲ ਮਤਲਬ ਉੱਥੇ ਕਿਸਾਨਾਂ ਨੇ ਕੀਤੀ ਹੈ ਵੀ ਅਸੀਂ ਦੇਖੋ ਤੁਸੀਂ ਕਹਿੰਦੇ ਹੋ ਵੀ ਇਹ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਸਮਝਾਓ ਕਿਸਾਨਾਂ ਨੂੰ, ਅਸੀਂ ਸਮਝਾਉਣ 'ਚ ਤਾਂ ਕਾਮਯਾਬ ਨਹੀਂ ਹੋਏ, ਤੁਸੀਂ ਐਂ ਦੱਸੋ ਵੀ ਅਸੀਂ ਹੁਣ ਬਹਿਕਾਉਣ 'ਚ ਕਿਵੇਂ ਸਫਲ ਹੋਈਏ। ਵੀ ਉਹਨਾਂ ਨੇ ਇਹ ਵੀ ਇਹਨਾਂ 'ਤੇ ਸਵਾਲ ਕੀਤੇ ਨੇ। ਇੱਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਵੀ ਇਹਨਾਂ ਨੇ ਜਿੱਥੇ ਵੀ ਇਹ ਜਾਂਦੇ ਨੇ ਇਹਨਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਜੇ ਪੰਜਾਬ 'ਚ ਇਲੈਕਸ਼ਨ ਹੋਈ ਹੈ ਹੁਣ ਲੋਕਲ ਬਾਡੀਜ਼ ਦੀ, ਉੱਥੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ, ਉੱਥੋਂ ਹਾਰ ਹੋਈ ਹੈ। ਜੇ ਦਿੱਲੀ ਦੇ ਵਿੱਚ ਇਲੈਕਸ਼ਨ ਹੋਈ ਹੈ, 5 ਜਿਮਨੀ ਚੋਣ ਹੋਈ ਹੈ 5 ਜਗ੍ਹਾ, ਉਹਦੇ ਵਿੱਚ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ, ਉੱਥੇ ਵੀ ਹਾਰ ਗਈ ਹੈ BJP। ਸੋ ਇਸੇ ਤਰ੍ਹਾਂ ਹੁਣ ਸੰਯੁਕਤ ਮੋਰਚੇ ਦਾ ਫੈਸਲਾ ਹੈ ਵੀ ਜੇ ਜਿਸ ਤਰ੍ਹਾਂ ਹੁਣ 5 ਸਟੇਟਾਂ ਦੀ ਇਲੈਕਸ਼ਨ ਹੋਣੀ ਹੈ, ਉੱਥੇ ਅਸੀਂ ਵੱਡੀ ਪੱਧਰ 'ਤੇ ਸਾਡੇ ਆਗੂ ਨੇ ਜਿਹੜੇ ਉਹ ਜਾਣਗੇ, ਉੱਥੇ ਉਹਨਾਂ ਲੋਕਾਂ ਨੂੰ ਵੀ ਸਮਝਾਉਣਗੇ ਵੀ ਜਿਹੜੇ ਕਿਸਾਨਾਂ ਦੇ ਨਾਲ ਇਹ ਦੁਸ਼ਮਣੀ ਕਰ ਰਹੀ ਹੈ, ਕਿਸਾਨਾਂ ਨੂੰ ਇਹ ਮਤਲਬ ਉਹਨਾਂ ਦੀ ਜ਼ਮੀਨ ਖੋਹਣ ਤੱਕ ਜਾ ਰਹੀ ਹੈ, ਉਹਨਾਂ ਦੀ ਮੰਡੀਕਰਨ ਸਿਸਟਮ ਤੋੜਨ ਜਾ ਰਹੀ ਹੈ, ਉਹਨਾਂ ਦੀ MSP ਤੋਂ ਭੱਜਣ ਜਾ ਰਹੀ ਹੈ, ਇਹਨਾਂ ਨੂੰ ਵੋਟਾਂ ਨਾ ਦਿਓ। ਅਸੀਂ ਉੱਥੇ ਸਿਰਫ ਇਹੀ ਕਹਿਣ ਦੇ ਲਈ ਸਾਡੇ ਆਗੂ ਜਾਣਗੇ ਵੀ ਅਸੀਂ ਕਿਸੇ ਪਾਰਟੀ ਦੀ ਹਮਾਇਤ 'ਤੇ ਨਹੀਂ ਆਏ, ਅਸੀਂ ਸਿਰਫ ਇਹ ਕਹਿਣ ਆਏ ਹਾਂ ਵੀ ਭਾਜਪਾ ਨੂੰ ਵੋਟ ਨਾ ਦਿਓ। ਇਹ ਦੇਸ਼ ਵਿਰੋਧੀ ਹੈ, ਇਹ ਕਿਸਾਨ ਵਿਰੋਧੀ ਪਾਰਟੀ ਹੈ, ਇਹਨੂੰ ਮੂੰਹ ਨਾ ਲਾਓ। ਅਸੀਂ ਇਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਦੇਣ ਵਿੱਚ ਸਫਲ ਹੋਏ ਹਾਂ, ਔਰ ਹੁਣ ਤੱਕ ਜਿੰਨਾ ਕਾਮਯਾਬ ਹੋਏ ਹਾਂ ਕਿਉਂਕਿ ਇਹਨਾਂ ਨੇ 10 ਲੱਖ ਪੈਂਫਲੇਟ ਛਪਾਇਆ, ਉਹ ਪੈਂਫਲੇਟ ਨਹੀਂ ਇਹ ਵੰਡ ਸਕੇ। ਸੋ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਵੀ ਅੱਜ ਉਹ ਮੂਹਰੇ ਭੱਜੇ ਫਿਰਦੇ ਨੇ, ਅਸੀਂ ਉਹਨਾਂ ਦੇ ਮਗਰ ਫਿਰਦੇ ਹਾਂ। ਇੱਕ ਸਵਾਲ ਹੈ ਜੀ, ਹਾਂਜੀ ਤੁਹਾਡੀ ਜਿਹੜੀ ਜਿੱਥੋਂ ਤੁਸੀਂ ਗੱਲ ਕਰਨੀ ਸ਼ੁਰੂ ਕੀਤੀ ਸੀ, ਸਭ ਤੋਂ ਪਹਿਲਾਂ ਜਿਵੇਂ ਖੇਤੀਬਾੜੀ ਮੰਤਰੀ ਤੋਮਰ ਦੀ ਗੱਲ ਕੀਤੀ ਕਿ ਦੇਖੋ ਤੋਮਰ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਬਿਆਨ ਹੁੰਦੇ ਨੇ ਤੇ ਜਿਹੜੇ ਆਪਣੀਆਂ ਕਿਸਾਨ ਆਗੂਆਂ ਦੇ ਨਾਲ ਮੀਟਿੰਗਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਕੀ ਕਹਿ ਦਿੰਦੇ ਆ ਕਿ ਕਿਸਾਨ ਆਗੂ ਸਾਡੇ ਨਾਲ 11 ਜਾਂ 12 ਦੌਰ ਦੀ ਮੀਟਿੰਗ ਦੇ ਵਿੱਚ ਵੀ ਇਹ ਸਾਬਤ ਨਹੀਂ ਕਰ ਪਾਏ ਕਿ ਕਾਨੂੰਨ ਕਾਲੇ ਕਿਵੇਂ ਨੇ। ਕਿ ਜਦੋਂ ਅਗਲੀ ਵਾਰ ਚਲੋ ਅਸੀਂ ਉਮੀਦ ਕਰਾਂਗੇ ਛੇਤੀ ਹੀ ਆਪਣੀ ਜਦੋਂ ਸਰਕਾਰ ਦੇ ਨਾਲ ਅਗਲੇ ਦੌਰ ਦੀ ਮੀਟਿੰਗ ਹੋਊਗੀ, ਉਹਦੇ ਵਿੱਚ ਕੀ ਜ਼ੋਰ ਸ਼ੋਰ ਨਾਲ ਇਹ ਸਵਾਲ ਪੁੱਛਿਆ ਜਾਏਗਾ ਤੋਮਰ ਤੋਂ ਕਿ ਕਿਉਂ ਤੁਸੀਂ ਆਪਣਾ ਮਤਲਬ ਜਿਹੜੇ ਦੋਗਲਾ ਚਿਹਰਾ ਵਿਖਾਉਂਦੇ ਹੋ। ਪਾਰਲੀਮੈਂਟ ਦੇ ਵਿੱਚ ਕੋਈ ਹੋਰ ਗੱਲਾਂ ਹੁੰਦੀਆਂ ਨੇ, ਇੱਥੇ ਤੁਸੀਂ ਹੋਰ ਗੱਲਾਂ ਹੁੰਦੀਆਂ ਨੇ। ਕਿ ਕਿਸਾਨ ਆਗੂ ਸਭ ਤੋਂ ਪਹਿਲਾਂ ਉਹ ਗੱਲ ਰੱਖਣਗੇ ਤੋਮਰ ਅੱਗੇ ਕਿ ਹਾਂ ਤੁਸੀਂ ਪਹਿਲਾਂ ਉਹ ਗੱਲ ਪਹਿਲਾਂ ਨੇ ਕਲੀਅਰ ਕਰੋ ਕਿ ਤੁਸੀਂ ਕਿਉਂ ਦੋਗਲੇ ਚਿਹਰੇ ਦਿਖਾਉਂਦੇ ਹੋ, ਜਾਂ ਫਿਰ ਤੁਸੀਂ ਕਿਉਂ ਕੀ ਇਹ ਜ਼ੋਰ ਸ਼ੋਰ ਨਾਲ, ਜਿਵੇਂ ਤੁਸੀਂ ਆਪਦੇ ਹੀ ਤੁਹਾਡੇ ਸ਼ਬਦ ਸੀਗੇ ਕਿ ਤੁਸੀਂ ਚਾਹੋਗੇ ਕਿ ਪਬਲਿਕ ਲਈ ਉਹ ਚੀਜ਼ਾਂ ਜਿਹੜੀਆਂ ਮੀਟਿੰਗ ਦੇ ਵਿੱਚ ਹੁੰਦੀਆਂ ਨੇ ਉਹ ਪਬਲਿਕ ਦੇ ਸਾਹਮਣੇ ਉਹ ਗੱਲਾਂ ਆਉਣ, ਕਿ ਉਹਦੇ 'ਤੇ ਜ਼ੋਰ ਦਿੱਤਾ ਜਾਊਗਾ ਕਿ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ। ਕਿਉਂਕਿ ਵੇਖੋ ਅਸੀਂ ਜਿਵੇਂ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਆਮ ਲੋਕਾਂ ਨਾਲ, ਚਾਹੇ ਉਹ ਸਾਡੇ ਅੰਦੋਲਨ ਦੇ ਵਿੱਚ ਜੁੜੇ ਹੋਏ ਆ ਜਾਂ ਆਮ ਬਾਹਰ ਦੇ ਲੋਕ ਨੇ,
ਜ਼ਰੂਰੀ ਨਹੀਂ ਬਣ ਜਾਂਦਾ ਹੈਗਾ ਕਿ ਅਗਲੇ ਦੌਰ ਦੀ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਵੱਡਾ ਇਹੀ ਸਵਾਲ ਹੋਵੇ ਜਾਂ ਸਭ ਤੋਂ ਪਹਿਲਾਂ ਇਹੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਪਿੱਛੇ ਤੱਕ ਦੀਆਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਅਸੀਂ ਸਰਕਾਰ ਤੋਂ ਉਹ ਮਨਵਾ ਲਈਏ, ਜੋ ਸਾਡੀਆਂ ਸੋਧਾਂ ਦੇ ਲਈ ਸਰਕਾਰ ਰੈਡੀ ਹੋਈ ਸੀ, ਜਿਹੜੀਆਂ ਪੁਆਇੰਟਸ ਦੇ, ਜਿਵੇਂ ਤੋਮਰ ਸਾਹਿਬ ਕਹਿੰਦੇ ਹੁੰਦੇ ਨੇ ਹਮ ਲੋਗ ਬਿੰਦੂਆਂ 'ਤੇ ਬਾਤ ਕਰਤੇ हैं, ਜਿਹੜੇ ਬਿੰਦੂਆਂ 'ਤੇ ਅਸੀਂ ਉਹਨਾਂ ਨੂੰ ਸਾਬਿਤ ਕਰਤਾ ਸੀ ਇਹਦੇ 'ਤੇ ਤੁਸੀਂ ਗਲਤ ਹੋ, ਇਸੇ 'ਤੇ ਅਸੀਂ ਸਹੀ ਹਾਂ, ਕਿ ਅਸੀਂ ਉਹਨਾਂ ਦੇ ਮੂੰਹੋਂ ਇਹ ਕਹਾਣ ਦੇ ਵਿੱਚ ਕਾਮਯਾਬ ਹੋਣਾ ਸਾਨੂੰ ਚਾਹੀਦਾ। ਮੇਰਾ ਇਹ ਸਵਾਲ ਹੈ, ਤੁਸੀਂ ਪਲੀਜ਼ ਇਹਦੇ 'ਤੇ ਥੋੜ੍ਹਾ ਦੱਸੋ। ਦੇਖੋ ਗੱਲ ਇਹ ਆ ਵੀ ਮੈਂ ਤਾਂ ਇੱਕ ਗੱਲ ਕਹਿਣਾ ਜਥੇਬੰਦੀਆਂ ਦੀ ਤਰਫ ਤੋਂ ਵੀ ਸਾਡਾ ਇਹ ਚੈਲੰਜ ਹੈ ਮੋਦੀ ਸਰਕਾਰ ਨੂੰ ਜਾਂ ਨਰਿੰਦਰ ਸਿੰਘ ਤੋਮਰ ਨੂੰ, ਸਾਡਾ ਇਹ ਚੈਲੰਜ ਹੈ ਵੀ ਸਾਡੀਆਂ ਜਿਹੜੀਆਂ ਹੁਣ ਤੱਕ ਦੀਆਂ ਮੀਟਿੰਗਾਂ ਹੋਈਆਂ ਨੇ, ਜਿਹੜੀ ਡਿਬੇਟਸ ਸਾਡੀ ਉਹਨਾਂ ਦੇ ਨਾਲ ਹੋਈ ਹੈ, ਉਹਨਾਂ ਨੂੰ ਇਹ ਪਬਲਿਕ ਡੋਮੇਨ 'ਚ ਲਿਆਉਣ ਤਾਂ ਜੋ ਸੱਚਾਈ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਸਕੇ, ਲੋਕਾਂ ਨੂੰ ਸੱਚਾਈ ਪਤਾ ਲੱਗ ਸਕੇ ਵੀ ਕਿਸਾਨ ਆਗੂਆਂ ਨੇ ਕੀ ਸਵਾਲ ਕੀਤੇ ਤੇ ਉਹਨਾਂ ਨੇ ਕੀ ਜਵਾਬ ਦਿੱਤੇ। ਇਹ ਗੱਲ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਸਾਹਿਬ ਸਪਸ਼ਟ ਗੱਲ ਹੈ, ਜਦੋਂ ਤੱਕ ਉਹ ਇਹ ਗੱਲ ਨਹੀਂ ਲਿਆਉਂਦੇ ਉਹ ਇਸ ਗੱਲ ਨੂੰ ਲੁਕੋ ਕੇ ਰੱਖਦੇ ਨੇ। ਜੇ ਉਹ ਮਤਲਬ ਸਿਰਫ ਕਹਿ ਹੀ ਰਹੇ ਨੇ ਵੀ ਕਿਸਾਨ ਸਾਡੀ ਗੱਲ ਨਹੀਂ ਮੰਨਦੇ ਜੀ, ਅਸੀਂ ਇਹਨਾਂ ਨੂੰ ਮਤਲਬ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ, ਇਹ ਗੱਲ ਕਹਿਣ ਨਾਲ ਨਹੀਂ, ਉਹ ਇਸ ਗੱਲ ਨੂੰ ਪਬਲਿਕ ਡੋਮੇਨ 'ਚ ਲਿਆਉਣ, ਅਸੀਂ ਗੱਲ ਸੱਚਾਈ ਮੰਨਾਂਗੇ। ਸੋ ਮੈਂ ਤਾਂ ਸਮਝਦਾ ਵੀ ਸਭ ਤੋਂ ਵੱਡੇ ਜੱਜ ਨੇ ਲੋਕ ਦੇਖਣਗੇ, ਫਿਰ ਆਪਣੇ ਆਪ ਹੀ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ, ਇਹਨਾਂ ਨੂੰ ਆਪਣੇ ਆਪ ਪਤਾ ਲੱਗੇਗਾ ਵੀ ਜਿਹੜਾ ਕੁਛ ਅਸੀਂ ਕਹਿੰਦੇ ਆ ਉਹਦੇ ਕਹਿਣੀ ਤੇ ਕਥਨੀ ਸਾਡੀ 'ਚ ਫਰਕ ਹੈ। ਮੈਂ ਤਾਂ ਸਮਝਦਾ ਵੀ ਸਭ ਤੋਂ ਵੱਡੀ ਇਹ ਪਾਰਟੀ ਜਿਹੜੀ ਸਭ ਤੋਂ ਝੂਠਿਆਂ ਦੀ ਪਾਰਟੀ ਹੈ। ਜੇ ਮੋਦੀ ਸਾਹਿਬ ਤੇ ਇਹ ਗੱਲ ਇੱਕ ਸਰਵੇ ਦੇ ਅਨੁਸਾਰ ਹੋ ਸਕਦਾ ਵੀ ਉਹ 58 ਵਾਰੀ ਝੂਠ ਬੋਲਦੇ ਨੇ, ਤਾਂ ਉਹਦੇ ਮੰਤਰੀਆਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦੀ ਆ? ਇਹਨਾਂ ਦੀ ਤਾਂ ਕੋਈ ਕ੍ਰੈਡੀਬਿਲਿਟੀ ਹੈ ਹੀ ਨਹੀਂ। ਇਹਨਾਂ ਨੂੰ ਇਹ ਸੋਚਣਾ ਚਾਹੀਦਾ, ਇਹਨਾਂ ਨੂੰ ਇਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਬਈ ਜਿਹੜਾ ਅਸੀਂ ਜਿਸ ਤਰ੍ਹਾਂ ਇਹਨਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਜਦੋਂ ਪਹਿਲਾਂ ਇਹ ਚੋਣਾਂ 'ਚ ਜਿੱਤੇ ਨੇ 2014 'ਚ, ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਹੈ ਜਿਹੜੀ ਉਹ ਲਾਗੂ ਕਰਾਂਗੇ, ਪਰ ਇਹਨਾਂ ਨੇ ਉਹ ਨਹੀਂ ਕੀਤੀ। ਉਹ ਤੋਂ ਬਾਅਦ 'ਚ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਕੇ ਇਹ ਗੱਲ ਕਹਿ ਦਿੱਤੀ ਵੀ ਅਸੀਂ ਇਹ ਲਾਗੂ ਕਰ ਹੀ ਨਹੀਂ ਸਕਦੇ, ਤੁਹਾਡਾ ਅਰਥਚਾਰਾ ਡੁੱਬ ਜਾਏਗਾ। ਸੋ ਇਹ ਤਾਂ ਝੂਠਿਆਂ ਦੀ ਪਾਰਟੀ ਵਾਲਾ ਕੰਮ ਹੋ ਗਿਆ। ਮੈਂ ਕਹਿੰਦਾ ਵੀ ਇਹਨਾਂ ਨੂੰ ਆਪਣਾ ਵਿਸ਼ਵਾਸ ਕਾਇਮ ਕਰਨਾ ਚਾਹੀਦਾ, ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣਾ ਚਾਹੀਦਾ, ਵਿਸ਼ਵਾਸ ਹੈ ਜਿਹੜਾ ਇਹ ਪੈਦਾ ਕਰਨਾ ਚਾਹੀਦਾ, ਕਿਉਂਕਿ ਜਿਹੜਾ ਲੋਕ ਰਾਜ ਹੈ, ਲੋਕ ਰਾਜ ਦੇ ਵਿੱਚ ਸਭ ਦੀ ਸੁਣਨ ਵਾਲੀ ਗੱਲ ਹੁੰਦੀ ਹੈ। ਦੇਖੋ ਲੋਕਾਂ ਲਈ, ਲੋਕਾਂ ਵਾਸਤੇ ਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਹੈ। ਸੋ ਲੋਕਾਂ ਦੀ ਗੱਲ ਦੇਖੋ, ਇਦੋਂ ਵੱਡਾ ਸ਼ਾਂਤਮਈ ਅੰਦੋਲਨ ਕਿਤੇ ਦੇਖਿਆ ਦੁਨੀਆ 'ਚ? ਇਹ ਸਭ ਤੋਂ ਵੱਡਾ ਇਤਿਹਾਸਕ ਅੰਦੋਲਨ ਹੈ ਜਿਹੜਾ 3 ਮਹੀਨੇ ਇੱਥੇ ਤੇ 3 ਮਹੀਨੇ ਪੰਜਾਬ ਦੇ ਵਿੱਚ ਪਹਿਲਾਂ ਚੱਲਿਆ, 3 ਮਹੀਨੇ ਤੋਂ ਇੱਥੇ ਚੱਲ ਰਿਹਾ, ਔਰ ਕਿਤੇ ਕੋਈ ਪੱਤਾ ਨਹੀਂ ਤੋੜਿਆ, ਕਿਤੇ ਕੋਈ ਨੁਕਸਾਨ ਨਹੀਂ ਕੀਤਾ, ਕਿਤੇ ਸਾਡੀ ਇੱਥੇ ਭਾਈਚਾਰੇ ਨਾਲ ਕਿਸੇ ਨਾਲ ਵਿਗੜ ਨਹੀਂ ਪਈ, ਸਾਡਾ ਸਤਿਕਾਰ ਕਰਦੇ ਨੇ। ਅਸੀਂ ਆ ਕੁੰਡਲੀ ਤੇ ਸਿੰਘੂ ਬਾਰਡਰ ਤੇ ਬੈਠੇ ਹਾਂ, ਇੱਥੋਂ ਦੇ ਲੋਕ ਸਤਿਕਾਰ ਕਰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਕੇ ਲੰਘਦੇ ਨੇ ਸਭ ਨੂੰ, ਔਰ ਇੱਥੇ ਸਾਡੀਆਂ ਸਟੇਜਾਂ ਤੇ ਆ ਕੇ ਉਹ ਧੰਨਵਾਦ ਕਰਦੇ ਨੇ, ਕਿਉਂਕਿ ਸਾਡਾ ਜੇ ਗੁਰੂ ਕੇ ਲੰਗਰ ਚੱਲਦੇ ਨੇ ਤਾਂ ਸਭ ਨੂੰ ਖਾਣ ਲਈ ਮਿਲਦਾ। ਜੇ ਇੱਥੇ ਕੋਈ ਹੋਰ ਸਹੂਲਤ ਮਿਲਦੀ ਆ ਉਹ ਸਭ ਨੂੰ ਇੱਥੇ ਜਿਹੜਾ ਵੀ ਆਉਂਦਾ ਉਹਦਾ ਸਤਿਕਾਰ ਹੁੰਦਾ। ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਸਾਡੀਆਂ ਮਾਵਾਂ ਭੈਣਾਂ ਨੇ ਜਿਹੜੀਆਂ ਅੱਜ ਉਹ ਇੱਜ਼ਤ ਨਾਲ ਇੱਥੇ ਤੁਰ ਫਿਰ ਸਕਦੀਆਂ ਨੇ। ਜਿਹੜੀ ਦਿੱਲੀ ਬਦਨਾਮ ਹੋ ਚੁੱਕੀ ਸੀ, ਜਿਹੜਾ ਇਹ ਮੋਦੀ ਦਾ ਮਤਲਬ ਇੱਕ ਸੀਗਾ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਵਾਲਾ ਫੰਡਾ, ਮੈਂ ਕਹਿੰਦਾ ਵੀ ਜਿੰਨਾ ਅਤਿਆਚਾਰ ਇਹਨਾਂ ਦੇ ਸਮੇਂ 'ਚ ਹੋਇਆ, ਜਿੰਨਾ ਸਾਡੀਆਂ ਬੇਟੀਆਂ ਨਾਲ ਇਹਨਾਂ ਨੇ ਮਤਲਬ ਤਸ਼ੱਦਦ ਕੀਤਾ ਜਾਂ ਜ਼ੁਲਮ ਕੀਤਾ ਜਾਂ ਉਹਨਾਂ ਦੀ ਪੱਤ ਲੁੱਟਣ ਵਾਲਾ ਕੰਮ ਕੀਤਾ, ਇਹ ਜੇ ਰੋਕਿਆ ਤਾਂ ਸਿਰਫ ਆਪ ਅੰਦੋਲਨ ਨੇ ਰੋਕਿਆ। ਇੱਥੋਂ ਇਤਿਹਾਸ ਬਣ ਰਿਹਾ ਹੈ। ਇਹਦੇ ਵਿੱਚ ਆ ਕੇ ਵੱਡੇ ਵੱਡੇ ਸਕਾਲਰ, ਵੱਡੀਆਂ ਯੂਨੀਵਰਸਿਟੀਆਂ ਦੇ ਸਟੂਡੈਂਟ ਆ ਕੇ ਇੱਥੇ ਸਟੱਡੀ ਕਰ ਰਹੇ ਨੇ ਵੀ ਇਹ ਅੰਦੋਲਨ ਇੰਨਾ ਲੰਬਾ ਇਸ ਤਰ੍ਹਾਂ ਪੀਸਫੁਲੀ ਕਿਸ ਤਰ੍ਹਾਂ ਚੱਲ ਰਿਹਾ। तो मैं तो समझदा भी एक इतिहास रचिया इस अंदोलन ने, और ये सरकार नूं समझ लेना चाहिए। जब दुनिया की पार्लीमेंट दे विच ये बहस हो चुकी है, कनेडा दे देखो उत्थों दे प्रधानमंत्री ने ये गल कह दी है। कनेडा दे विच तुसीं देखो कल परसों उत्थे ये कनेडा दे विच भी भाजपाइयां ने मोदी दे हक विच कोई प्रोग्राम बनाया उत्थे अपना नारे लाउण दा जां जुलूस कड्ढण दा, पर यह भी उत्थे दे नौजवानों ने उत्थे भी विरोध करता। इन्हां नूं भाजदिआं नूं थां नहीं लभी उत्थे भी कनेडा दे विच ब्रैम्पटन दे विच। सो इस तरह इन्हां दा हर एक जगह विरोध हो रहा है। इन्हां नूं समझ लेना चाहिए भी ये अंदोलन है जिहड़ा देश व्यापी नहीं दुनिया व्यापी बन चुकिया। हर जगह इन्हां नूं झाड़ां पै रहीआं ने। इंग्लैंड की पार्लीमेंट दे विच 100 MPआं ने लिख के दे दिता है, जे उत्थों दा प्रधानमंत्री ने इत्थे आउण लई इन्हां ने 26 जनवरी नूं बुलाया, उन्हें इत्थे आउण तो इनकार कर दिता। UNO दे विच इहदे ते बहस हो रही है। इस तरह जिहड़ा मनुखी अधिकार संगठन है उन्हां वल्लों भी इन्हां ते नमदा कसिया जा रहा है।
ਮੈਂ ਸਮਝਦਾ ਵੀ ਇਹ ਸਾਰੇ ਪਾਸਿਓਂ ਘੇਰੇ ਹੋਏ ਨੇ। ਐਦੋਂ ਵੱਡੀ ਗੱਲ ਕੀ ਹੋ ਸਕਦਾ। ਸਾਡੀ ਇਹ ਸਭ ਤੋਂ ਵੱਡੀ ਜਿੱਤ ਹੈ ਵੀ ਅਸੀਂ ਜਿੱਥੇ ਲੋਕਾਂ ਨੂੰ ਲਾਮਬੰਦ ਕਰਨ 'ਚ ਸਫਲ ਹੋਏ ਹਾਂ, ਉੱਥੇ ਅਸੀਂ ਸਾਡਾ ਅੰਦੋਲਨ ਹੈ ਜਿਹੜਾ ਅੱਗੇ ਵਧ ਰਿਹਾ ਹੈ। ਔਰ ਇਹ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ, ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਅਸੀਂ ਇਸ ਗੱਲ ਦੇ ਵਿੱਚ ਸਾਨੂੰ ਦ੍ਰਿੜ ਹਾਂ ਵੀ ਇਹ ਜਿੱਤ ਕੇ ਜਾਵਾਂਗੇ। ਇਹ 3 ਕਾਲੇ ਕਾਨੂੰਨਾਂ ਦੀ ਲੜਾਈ ਨਹੀਂ, ਇਹ ਕਾਲੇ ਕਾਨੂੰਨਾਂ ਤੋਂ ਅੱਗੇ ਜਿਹੜੀ ਸਾਡੀ ਕਾਣੀ ਵੰਡ ਹੋ ਰਹੀ ਹੈ, ਜਿਹੜਾ ਕੁਛ ਘਰਾਣਿਆਂ ਨੂੰ ਪੈਸਾ ਹੈ ਜਿਹੜਾ ਸਾਰਾ ਲੁਟਾਇਆ ਜਾ ਰਿਹਾ ਹੈ, ਜਿਹੜਾ ਸਾਰਾ ਹੀ ਦੇਸ਼ ਹੈ ਉਹਨਾਂ ਦੇ ਮਤਲਬ ਜੇਬਾਂ ਭਰੀਆਂ ਜਾ ਰਹੀਆਂ ਨੇ ਤੇ ਸਭ ਦੀ ਜੇਬ ਹੈ ਜਿਹੜੀ ਨਿਚੋੜੀ ਜਾ ਰਹੀ ਹੈ। ਇਹ ਮੈਂ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਸਭ ਨੂੰ ਰਲ ਕੇ ਇਹ ਅੰਦੋਲਨ ਹੈ ਜਿਹੜਾ ਹੋਰ ਲੰਮਾ ਚਲਾਉਣਾ ਪਏਗਾ ਇਹ ਤੋਂ ਬਾਅਦ।